ਜਿਵੇਂ ਕਿ ਪਿਛਲੇ ਐਪੀਸੋਡ ਤੇ ਪਤਾ ਚੱਲਿਆ ਸੀ ਕਿ ਲੋਕੀ ਮਰਿਆ ਨਹੀਂ ਹੈ, ਸਗੋਂ ਉਹ ਟੈਲੀਪੋਰਟ ਹੋ ਕੇ ਕਿਸੇ ਹੋਰ ਥਾਂ ਚਲਾ ਗਿਆ ਹੈ। ਹੁਣ ਰਬੋਨਾ ਸਿਲਵੀ ਨੂੰ ਦੱਸਦੀ ਹੈ ਕਿ ਲੋਕੀ ਮਰਿਆ ਨਹੀਂ ਹੈ, ਉਹ ਸਮੇਂ ਦੇ ਆਖਰੀ ਛੋਰ ਵਿੱਚ ਵਸੇ ਵਰਲਡ ਵਿੱਚ ਚਲਾ ਗਿਆ ਹੈ, ਜਿੱਥੋਂ ਕੋਈ ਵਾਪਸ ਨਹੀਂ ਆ ਸਕਦਾ। ਕਿਉਂਕਿ ਜਦੋਂ ਵੀ ਅਸੀਂ ਸਮੇਂ ਰੇਖਾ ਨੂੰ ਰੀਸੈਟ ਕਰਦੇ ਹਾਂ ਤਾਂ ਉਸ ਨੂੰ ਪੂਰੀ ਤਰ੍ਹਾਂ ਰੀਸੈਟ ਕਰਨਾ ਔਖਾ ਹੁੰਦਾ ਹੈ। ਇਸ ਲਈ ਅਸੀਂ ਉਸ ਨੂੰ ਵਰਲਡ ਵਿੱਚ ਟ੍ਰਾਂਸਫਰ ਕਰ ਦਿੰਦੇ ਹਾਂ, ਜਿੱਥੇ ਉਸ ਦਾ ਵਧਣਾ ਰੁਕ ਜਾਂਦਾ ਹੈ। ਇਸ ਦੌਰਾਨ ਸਿਲਵੀ ਇਹ ਅੰਦਾਜ਼ਾ ਲਗਾ ਲੈਂਦੀ ਹੈ ਕਿ ਹੋ ਸਕਦਾ ਹੈ ਕਿ ਟੀਵੀਏ ਦਾ ਮਾਲਕ ਵੀ ਸਮੇਂ ਦੇ ਅੰਤ ਦੇ ਪਾਰ ਰਹਿੰਦਾ ਹੋਵੇ, ਤੇ ਉਹ ਰਬੋਨਾ ਤੋਂ ਪੁੱਛਦੀ ਹੈ ਕਿ ਸਮੇਂ ਦੇ ਅੰਤ ਦੇ ਪਾਰ ਕਿਵੇਂ ਜਾ ਸਕਦੇ ਹਾਂ। ਤਾਂ ਰਬੋਨਾ ਕਹਿੰਦੀ ਹੈ ਇਹ ਨਾਮੁਮਕਿਨ ਹੈ, ਕਿਉਂਕਿ ਟੈਂਪੈਡ ਵਿੱਚ ਸਮੇਂ ਦੇ ਅੰਤ ਤੋਂ ਪਾਰ ਕੋਈ ਵੀ ਲੋਕੇਸ਼ਨ ਸੇਵ ਨਹੀਂ ਹੈ। ਇੰਨੇ ਨੂੰ ਇੱਥੇ ਮਿੰਟਮੈਨ ਆ ਜਾਂਦੇ ਹਨ ਤੇ ਸਿਲਵੀ ਰਬੋਨਾ ਦਾ ਟੈਂਪੈਡ ਲੈ ਕੇ ਭੱਜ ਜਾਂਦੀ ਹੈ ਤੇ ਉਹ ਆਪਣੇ ਆਪ ਨੂੰ ਵੀ ਰੀਸੈਟ ਕਰ ਲੈਂਦੀ ਹੈ। ਦੂਜੇ ਪਾਸੇ ਲੋਕੀ ਆਪਣੇ ਵੇਰੀਐਂਟ ਨਾਲ ਉਹਨਾਂ ਦੇ ਟਿਕਾਣੇ ਵਿੱਚ ਬੈਠਾ ਹੁੰਦਾ ਹੈ ਤੇ ਉਹ ਸਾਰੇ ਆਪਣੀ ਕਹਾਣੀ ਦੱਸਦੇ ਹਨ ਕਿ ਕਿਵੇਂ ਉਹਨਾਂ ਨੇ ਸਮੇਂ ਨਾਲ ਛੇੜਛਾੜ ਕੀਤੀ ਤੇ ਟੀਵੀਏ ਵਾਲਿਆਂ ਨੇ ਉਹਨਾਂ ਨੂੰ ਰੀਸੈਟ ਕਰਕੇ ਇੱਥੇ ਭੇਜ ਦਿੱਤਾ ਤੇ ਉਦੋਂ ਤੋਂ ਉਹ ਅਲੋਇਥ ਤੋਂ ਆਪਣੀ ਜਾਨ ਬਚਾ ਰਹੇ ਹਨ। ਅਲੋਇਥ ਅਸਲ ਵਿੱਚ ਇੱਕ ਜਿੰਦਾ ਤੂਫਾਨ ਹੁੰਦਾ ਹੈ ਜੋ ਕਿ ਟੀਵੀਏ ਦੁਆਰਾ ਭੇਜੇ ਗਏ ਵੇਰੀਐਂਟਸ ਨੂੰ ਮਾਰਦਾ ਹੈ। ਇੰਨੇ ਨੂੰ ਹੋਰ ਲੋਕੀ ਵੀ ਇੱਥੇ ਆ ਜਾਂਦੇ ਹਨ ਤੇ ਉਹਨਾਂ ਦੀ ਆਪਸ ਵਿੱਚ ਲੜਾਈ ਹੋ ਜਾਂਦੀ ਹੈ। ਇਸ ਦੌਰਾਨ ਮੇਨ ਲੋਕੀ 올ਡ ਕਿਡ ਅਤੇ ਐਲੀਗੇਟਰ ਲੋਕੀ ਇੱਥੋਂ ਬਾਹਰ ਨਿਕਲ ਆਉਂਦੇ ਹਨ ਤੇ ਅੱਗੇ ਚੱਲ ਕੇ ਉਹ ਸਿਲਵੀ ਅਤੇ ਮੋਬੀਅਸ ਨੂੰ ਮਿਲਦੇ ਹਨ। ਫਿਰ ਮੋਬੀਅਸ ਟੈਂਪੈਡ ਦਾ ਇਸਤੇਮਾਲ ਕਰਕੇ ਟੀਵੀਏ ਵਾਪਸ ਚਲਾ ਜਾਂਦਾ ਹੈ, ਜੋ ਕਿ ਸਿਲਵੀ ਚੋਰੀ ਕਰਕੇ ਲਿਆਈ ਹੁੰਦੀ ਹੈ। ਇਸ ਤੋਂ ਬਾਅਦ ਲੋਕੀ ਅਤੇ ਸਿਲਵੀ ਅਲੋਇਥ ਨਾਲ ਭਿੜਦੇ ਹਨ, ਜਿਸ ਵਿੱਚ ਕਲਾਸਿਕ ਲੋਕੀ ਵੀ ਉਹਨਾਂ ਦੀ ਸਹਾਇਤਾ ਕਰਦਾ ਹੈ ਤੇ ਇੱਕ ਐਸਗਾਰਡ ਦਾ ਇਲੂਜ਼ਨ ਬਣਾਉਂਦਾ ਹੈ, ਪਰ ਇਸ ਦੌਰਾਨ ਹੀ ਅਲੋਇਥ ਉਸ ਨੂੰ ਮਾਰ ਦਿੰਦਾ ਹੈ। ਪਰ ਦੂਜੇ ਪਾਸੇ ਲੋਕੀ ਅਤੇ ਸਿਲਵੀ ਅਲੋਇਥ ਨੂੰ ਕੰਟਰੋਲ ਕਰ ਲੈਂਦੇ ਹਨ ਤੇ ਹੁਣ ਸਾਹਮਣੇ ਇੱਕ ਰਸਤਾ ਖੁੱਲ ਜਾਂਦਾ ਹੈ ਤੇ ਅੱਗੇ ਉਹਨਾਂ ਨੂੰ ਇੱਕ ਮਹਿਲ ਦਿਖਾਈ ਦਿੰਦਾ ਹੈ। ਜਦੋਂ ਉਹ ਉਸ ਮਹਿਲ ਅੰਦਰ ਵੜਦੇ ਹਨ ਤਾਂ ਉਹਨਾਂ ਦੇ ਸਾਹਮਣੇ ਆਉਂਦੀ ਹੈ ਮਿਸ ਮਿੰਟ, ਜੋ ਕਿ ਟੀਵੀਏ ਦੇ ਅਸਲ ਮਾਲਿਕ ਲਈ ਕੰਮ ਕਰਦੀ ਹੈ। ਮਿਸ ਮਿੰਟ ਉਹਨਾਂ ਨੂੰ ਦੱਸਦੀ ਹੈ ਕਿ ਟੀਵੀਏ ਦਾ ਅਸਲੀ ਕ੍ਰੀਏਟਰ ਹੀ ਹੂ ਰਿਮੇਨਸ ਹੈ, ਜੋ ਕਿ ਸਭ ਕੁਝ ਜਾਣਦਾ ਹੈ ਤੇ ਉਹ ਕੁਝ ਵੀ ਕਰ ਸਕਦਾ ਹੈ। ਮਿਸ ਮਿੰਟ ਉਹਨਾਂ ਨੂੰ ਆਫਰ ਦਿੰਦੀ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਆਪਣੇ ਮਨਪਸੰਦ ਤਰੀਕੇ ਨਾਲ ਜੀ ਸਕਦੇ ਹੋ ਤੇ ਟੀਵੀਏ ਵਾਲੇ ਵੀ ਤੁਹਾਨੂੰ ਤੰਗ ਨਹੀਂ ਕਰਨਗੇ, ਪਰ ਉਹ ਆਫਰ ਠੁਕਰਾ ਦਿੰਦੇ ਹਨ। ਇਸ ਤੋਂ ਬਾਅਦ ਮਿਸ ਮਿੰਟ ਇੱਥੋਂ ਚਲੀ ਜਾਂਦੀ ਹੈ। ਦੂਜੇ ਪਾਸੇ ਰਬੋਨਾ ਆਜ਼ਾਦੀ ਦੀ ਤਲਾਸ਼ ਲਈ ਟਾਈਮ ਡੋਰ ਵਿੱਚੋਂ ਨਿਕਲ ਜਾਂਦੀ ਹੈ। ਅਖੀਰ ਵਿੱਚ ਸਿਲਵੀ ਅਤੇ ਲੋਕੀ ਹੀ ਹੂ ਰਿਮੇਨਸ ਦੇ ਕੋਲ ਪਹੁੰਚਦੇ ਹਨ। ਹੀ ਹੂ ਰਿਮੇਨਸ ਉਹਨਾਂ ਨੂੰ ਕਹਿੰਦਾ ਹੈ ਕਿ ਮੈਂ ਸਮਝ ਸਕਦਾ ਹਾਂ ਕਿ ਉਹਨਾਂ ਨੂੰ ਮੇਰੇ ਅਤੇ ਟੀਵੀਏ ਕਰਕੇ ਕਾਫੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਹੈ, ਪਰ ਉਸ ਦਾ ਮਕਸਦ ਗਲਤ ਨਹੀਂ ਹੈ ਤੇ ਬਿਨਾਂ ਮੇਰੇ ਅਤੇ ਟੀਵੀਏ ਦੇ ਸਭ ਕੁਝ ਖਤਮ ਹੋ ਜਾਵੇਗਾ। ਉਹ ਦੱਸਦਾ ਹੈ ਸਦੀਆਂ ਪਹਿਲਾਂ ਟੀਵੀਏ ਤੋਂ ਵੀ ਪਹਿਲਾਂ 31ਵੀਂ ਸਦੀ ਵਿੱਚ ਮੇਰਾ ਹੀ ਰੂਪ ਪ੍ਰਿਥਵੀ ਵਿੱਚ ਰਹਿੰਦਾ ਸੀ ਤੇ ਉਹ ਇੱਕ ਸਾਇੰਟਿਸਟ ਸੀ ਤੇ ਉਸਨੇ ਪਤਾ ਲਗਾ ਲਿਆ ਸੀ ਕਿ ਉਸਦਾ ਬ੍ਰਹਿਮੰਡ ਕਈ ਬ੍ਰਹਿਮੰਡਾਂ ਦਾ ਇੱਕ ਹਿੱਸਾ ਹੈ ਤੇ ਇਸੇ ਟਾਈਮ ਮੇਰੇ ਕੁਝ ਅਵਤਾਰਾਂ ਨੇ ਇਸ ਸੱਚ ਨੂੰ ਸਮਝ ਲਿਆ ਤੇ ਉਹ ਆਪਸ ਵਿੱਚ ਮਿਲੇ ਤੇ ਆਪਣੀ ਨੌਲੇਜ ਅਤੇ ਰਿਸੋਰਸ ਨੂੰ ਸਾਂਝਾ ਕੀਤਾ। ਪਰ ਇਹ ਸ਼ਾਂਤੀ ਕੁਝ ਟਾਈਮ ਤੱਕ ਹੀ ਰਹੀ, ਕਿਉਂਕਿ ਉਸਦੇ ਕੁਝ ਅਵਤਾਰ ਸਾਫ਼ ਦਿਲ ਦੇ ਨਹੀਂ ਸੀ ਤੇ ਉਹ ਆਪਣੀ ਹਕੂਮਤ ਨੂੰ ਵਧਾਉਣਾ ਚਾਹੁੰਦੇ ਸੀ। ਤੇ ਇਸ ਤੋਂ ਬਾਅਦ ਮਲਟੀਵਰਸ ਜੰਗ ਛਿੜ ਗਈ ਤੇ ਇਸ ਦੌਰਾਨ ਹੀ ਉਸਦੇ ਪਹਿਲੇ ਅਵਤਾਰ ਨੂੰ ਇੱਕ ਅਜਿਹਾ ਜੀਵ ਮਿਲਿਆ ਜੋ ਨਿਗਲ ਸਕਦਾ ਸੀ ਸਮੇਂ ਅਤੇ ਬ੍ਰਹਿਮੰਡ ਨੂੰ, ਤੇ ਉਸਦਾ ਨਾਮ ਅਲੋਇਥ ਸੀ। ਫਿਰ ਉਸਨੇ ਉਸ ਜੀਵ ਨੂੰ ਕਾਬੂ ਕੀਤਾ ਤੇ ਉਸਦੀ ਵਰਤੋਂ ਇੱਕ ਹਥਿਆਰ ਦੇ ਰੂਪ ਵਿੱਚ ਕੀਤੀ ਤੇ ਇਸ ਤਰ੍ਹਾਂ ਉਸਨੇ ਬ੍ਰਹਿਮੰਡ ਦੇ ਯੁੱਧ ਨੂੰ ਖਤਮ ਕੀਤਾ। ਇਸ ਤੋਂ ਬਾਅਦ ਉਸਨੇ ਆਪਣੀ ਸਮੇਂ ਰੇਖਾ ਅਲੱਗ ਕਰ ਲਈ ਤੇ ਇਸ ਤੋਂ ਬਾਅਦ ਉਸਦਾ ਕੰਮ ਸਮੇਂ ਦੇ ਬਹਾਵ ਨੂੰ ਸਾਂਭਣਾ ਸੀ ਤੇ ਅੱਗੇ ਦੀ ਬ੍ਰਾਂਚਾਂ ਨੂੰ ਕੰਟਰੋਲ ਕਰਨਾ ਸੀ। ਇਸ ਲਈ ਉਸਨੇ ਟੀਵੀਏ ਨੂੰ ਬਣਾਇਆ, ਜਿਸ ਦੇ ਕਾਰਨ ਅੱਜ ਤੱਕ ਸੰਸਾਰ ਵਿੱਚ ਸ਼ਾਂਤੀ ਬਣੀ ਹੈ। ਹੁਣ ਹੀ ਹੂ ਰਿਮੇਨਸ ਉਹਨਾਂ ਨੂੰ ਇੱਕ ਆਫਰ ਦਿੰਦਾ ਹੈ ਕਿ ਜਾਂ ਤਾਂ ਤੁਸੀਂ ਮੇਰੀ ਥਾਂ ਲੈ ਲਓ ਜਾਂ ਮੈਨੂੰ ਮਾਰ ਦਿਓ, ਪਰ ਮੇਰੇ ਮਰਨ ਨਾਲ ਮਲਟੀਵਰਸ ਵਾਰ ਫਿਰ ਤੋਂ ਸ਼ੁਰੂ ਹੋ ਜਾਵੇਗੀ। ਪਰ ਸਿਲਵੀ ਹੀ ਹੂ ਰਿਮੇਨਸ ਨੂੰ ਮਾਰਨ ਹੀ ਲੱਗਦੀ ਹੈ ਕਿ ਲੋਕੀ ਵਿੱਚ ਆ ਜਾਂਦਾ ਹੈ ਤੇ ਉਹ ਸਿਲਵੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ, ਪਰ ਉਹ ਨਹੀਂ ਸਮਝਦੀ ਤੇ ਲੋਕੀ ਨੂੰ ਟੀਵੀਏ ਦੇ ਹੈੱਡਕੁਆਟਰ ਵਿੱਚ ਭੇਜ ਦਿੰਦੀ ਹੈ। ਇਸ ਤੋਂ ਬਾਅਦ ਉਹ ਹੀ ਹੂ ਰਿਮੇਨਸ ਨੂੰ ਮਾਰ ਦਿੰਦੀ ਹੈ। ਹੁਣ ਟੀਵੀਏ ਦੇ ਹੈੱਡਕੁਆਟਰ ਵਿੱਚ
ਵਾਰਨਿੰਗ ਸਟਾਰਟ ਹੋ ਜਾਂਦੀ ਹੈ ਤੇ ਸੈਕਰੇਟ ਟਾਈਮਲਾਈਨ ਦੀਆਂ ਬਹੁਤ ਸਾਰੀਆਂ ਬ੍ਰਾਂਚਾਂ ਬਣਨ ਲੱਗ ਜਾਂਦੀਆਂ ਹਨ। ਫਿਰ ਲੋਕੀ B15 ਤੇ ਮੋਬੀਸ ਕੋਲ ਆਉਂਦਾ ਹੈ ਤੇ ਉਹ ਉਹਨਾਂ ਨੂੰ ਦੱਸਦਾ ਹੈ ਕਿ ਸਾਡੇ ਤੋਂ ਬਹੁਤ ਵੱਡੀ ਗਲਤੀ ਹੋ ਗਈ, ਅਸੀਂ ਸਮੇਂ ਰੇਖਾ ਨੂੰ ਆਜ਼ਾਦ ਕਰ ਦਿੱਤਾ ਤੇ ਹੁਣ ਇੱਕ ਖਤਰਨਾਕ ਜੀਵ ਜਿਸ ਦੇ ਅਣਗਿਣਤ ਰੂਪ ਹਨ ਆ ਰਿਹਾ ਹੈ ਤੇ ਉਹ ਸਾਰੇ ਜੰਗ ਦੇ ਪਿਆਸੇ ਹਨ। ਪਰ ਮੋਬੀਅਸ ਉਸ ਦੀ ਗੱਲ ਨਹੀਂ ਸਮਝਦਾ ਤੇ ਉਸ ਨੂੰ ਪਹਿਚਾਨਦਾ ਵੀ ਨਹੀਂ ਤੇ ਫਿਰ ਲੋਕੀ ਨੂੰ ਪਤਾ ਚੱਲਦਾ ਹੈ ਕਿ ਉਹ ਖੁਦ TVA ਦੇ ਇੱਕ ਦੂਜੇ ਯੂਨੀਵਰਸ ਵਿੱਚ ਹੈ ਜਿੱਥੇ ਟਾਈਮ ਕੀਪਰਸ ਨਹੀਂ ਸਗੋਂ ਯੂ ਰਿਮੇਨਸ ਹੈ ਤੇ ਇੱਥੇ ਹੀ ਐਪੀਸੋਡ ਖਤਮ ਹੋ ਜਾਂਦਾ ਹੈ ਤੇ ਇਸ ਤੋਂ ਬਾਅਦ ਇੱਕ ਮਿਡ ਕ੍ਰੈਡਿਟ ਸੀਨ ਆਉਂਦਾ ਹੈ ਜਿਸ ਤੋਂ ਪਤਾ ਲੱਗਦਾ ਹੈ ਇਸ ਦਾ ਦੂਜਾ ਸੀਜ਼ਨ ਵੀ ਆਊਗਾ। ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰੋ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਹਾਂਜੀ ਆਪਣੇ ਮਿੱਤਰਾਂ ਨਾਲ ਸ਼ੇਅਰ ਵੀ ਕਰ ਦਿਓ।